सज्जनों, बेलियो ते सहेलियो, ਤੁਹਾਡਾ ਵੀਰ ਫਕੀਰ ਆਫਤਾਬ ਭੱਟੀ ਹਾਜ਼ਰ ਹੈ। ਅੱਜ ਅਸੀਂ ਦੋ ਗੱਲਾਂ ਕਰਾਂਗੇ। ਇੱਕ ਤਾਂ ਉਹ ਇਹ ਗੱਲ ਹੈ ਕਿ ਜਿਹੜੇ ਸਾਡੇ ਸਾਬਕਾ ਆਰਮੀ ਚੀਫ ਬਾਜਵਾ ਸਾਹਿਬ ਨੇ, ਉਹਨਾਂ ਨੇ ਇੱਕ ਜਰਨੈਲ ਦੇ ਪੁੱਤਰ ਦੀ ਸ਼ਾਦੀ ਤੇ ਮੁਜੀਬੁਰ ਰਹਿਮਾਨ ਸ਼ਾਮੀ ਤੇ ਅਬਦੁਲ ਮਾਲਕ ਜਿਹੜੇ ਨੇ ਉਹਨਾਂ ਨਾਲ ਗੱਲ ਕੀਤੀ ਹੈ ਔਰ ਉਹਨਾਂ ਦੇ ਸਾਹਮਣੇ ਆਪਣੀ ਜੇਬ ਦੇ ਵਿੱਚੋਂ ਪਾਕਟ ਸਾਈਜ਼ ਕੁਰਾਨ ਪਾਕ ਜਿਹੜਾ ਹੁੰਦਾ ਹੈ ਉਹ ਕੱਢਿਆ ਤੇ ਉਹਦੇ ਤੇ ਹੱਥ ਰੱਖ ਕੇ ਉਹਨਾਂ ਨੇ ਤਿੰਨ ਗੱਲਾਂ ਕੀਤੀਆਂ। ਪਹਿਲੀ ਗੱਲ ਉਹਨਾਂ ਨੇ ਇਹ ਕੀਤੀ ਕਿ ਨਵਾਜ਼ ਸ਼ਰੀਫ ਜਦੋਂ ਲਾਹੌਰ ਤੋਂ ਲੰਦਨ ਜਾਂਦਾ ਹੈ ਉਹਦੇ ਵਿੱਚ ਮੇਰਾ ਕੋਈ ਕਿਰਦਾਰ ਨਹੀਂ। ਔਰ ਸਿਰਫ ਕੁਰਾਨ ਤੇ ਹੱਥ ਰੱਖ ਲਈ ਨਹੀਂ ਉਹਨਾਂ ਗੱਲ ਕੀਤੀ। ਬਾਜਵਾ ਸਾਹਿਬ ਨੇ ਕਿਹਾ ਜੀ ਕਿ ਮੈਨੂੰ ਰਸੂਲੁल्लाह सल्लल्लाहु अलैहि वसल्लम ਦੀ ਸ਼ਫਾਅਤ ਨਸੀਬ ਨਾ ਹੋਏ। ਫਿਰ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਕਬਰ ਦੀ ਕਸਮ ਹੈ, ਮੈਂ ਇਹ ਜਿਹੜੀਆਂ ਗੱਲਾਂ ਕਰ ਰਿਹਾ ਇਹ ਸੱਚ ਨਹੀਂ। ਇੱਕ ਨਵਾਜ਼ ਸ਼ਰੀਫ ਵਾਲੀ ਕਿ ਉਹਨੂੰ ਲੰਦਨ ਮੈਂ ਨਹੀਂ, ਉਹ ਲੰਦਨ ਜਾਣ ਵਿੱਚ ਮੇਰਾ ਕੋਈ ਕਿਰਦਾਰ ਨਹੀਂ ਹੁੰਦੇ ਬੇਜਵਾਨ ਸੀ ਜਾਂ ਉਹ ਜੋ ਵੀ ਹੋਇਆ। ਤੇ ਦੂਜਾ ਉਹਨੇ ਕਿਹਾ ਜੀ ਕਿ ਇਮਰਾਨ ਖਾਨ ਦੀ ਜਿਹੜੀ ਹੈ ਰਜੀਮ ਚੇਂਜ ਹੈ ਨਾ, ਜਿਹੜੀ ਇਮਰਾਨ ਖਾਨ ਦੀ ਹਕੂਮਤ ਗਿਰਾਈ ਗਈ ਹੈ, ਇਹਦੇ ਵਿੱਚ ਵੀ ਮੇਰਾ ਕੋਈ ਕਿਰਦਾਰ ਨਹੀਂ। ਤੀਜੀ ਗੱਲ ਉਹਨਾਂ ਨੇ ਜਿਹੜੀ ਕੀਤੀ ਹੈ, ਉਹਨਾਂ ਨੇ ਇਹ ਕਿਹਾ ਜੀ ਕਿ ਮੈਂ ਆਪਣੀ ਤੀਸਰੀ ਐਕਸਟੈਂਸ਼ਨ ਵਾਸਤੇ ਕੋਈ ਗੱਲ ਨਹੀਂ ਕੀਤੀ, ਕੋਈ ਕਿਸੇ ਨੂੰ ਕਿਹਾ ਨਹੀਂ, ਔਰ ਉਹ ਵੀ ਮੇਰੇ ਤੇ ਇਲਜ਼ਾਮ ਲਾਇਆ ਗਿਆ ਹੈ ਕਿ ਮੈਂ ਤੀਸਰੀ ਦਫਾ ਐਕਸਟੈਂਸ਼ਨ ਚਾਹੁੰਦਾ ਸੀ। ਗੱਲ ਇਹ ਹੈ ਕਿ ਐਜ਼ ਅ ਮੁਸਲਮ, ਕਿਉਂਕਿ ਅਸੀਂ ਮੁਸਲਮਾਨ ਹਾਂ, ਪਾਕਿਸਤਾਨ ਜਿਹੜਾ ਸਾਡਾ ਮੁਲਕ ਹੈ ਕਲਮੇ ਦੀ ਬੁਨਿਆਦ ਤੇ ਬਣੇ, ला इलाहा इल्लल्लाह मोहम्मद रसूलुल्लाह। पाकिस्तान का मतलब क्या, ला इलाहा इल्लल्लाह। ਤੇ ਇਸ ਤੋਂ ਹਟ ਕੇ ਕਿਉਂਕਿ ਅਸੀਂ ਮੁਸਲਮਾਨ ਹਾਂ ਤੇ ਮੁਸਲਮਾਨ ਜਿਹੜਾ ਹੈ ਉਹਦੇ ਵਾਸਤੇ ਅੱਲਾ ਰਸੂਲ ਔਰ ਉਹਦੀ ਆਖਰੀ ਕਿਤਾਬ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੁੰਦੀ। ਤੇ ਜਦੋਂ ਕੋਈ ਬੰਦਾ ਇਹਦੇ ਉੱਤੇ ਹੱਥ ਰੱਖ ਕੇ ਕਸਮ ਦੇ ਦੇਵੇ ਕਿਸੇ ਵੀ ਗੱਲ ਤੇ, ਬੇਸ਼ੱਕ ਉਹ ਝੂਠੀ ਕਸਮ ਦੇ ਰਿਹਾ ਹੋਵੇ, ਲੇਕਿਨ ਅਸੀਂ ਮੁਸਲਮਾਨ ਇਹ ਮੰਨ ਲੈਂਦਾ ਹੈ ਕਿ ਨਹੀਂ ਇਹ ਠੀਕ ਹੈ। ਦੂਜੀ ਗੱਲ ਇਹ ਹੈ ਕਿ ਇੱਕ ਜਨਰਲ ਪਹਿਲੇ ਵੀ ਆਇਆ ਸੀ ਜਿੰਦਾ ਨਾਂ ਜਨਰਲ ਜ਼ਿਆਉਲ ਹੱਕ ਸੀ, ਉਹਦੀ ਜੇਬ ਵਿੱਚ ਵੀ ਕੁਰਾਨ ਪਾਕ ਸੀ। ਉਹ ਵੀ 90 ਦਿਨ ਵਾਸਤੇ ਆਇਆ ਸੀ ਤੇ 11 ਸਾਲ ਇਸਲਾਮ ਔਰ ਕੁਰਾਨ ਦੇ ਨਾਂ ਤੇ ਸਾਡੇ ਉੱਤੇ ਜ਼ੁਲਮ ਔਰ ਸਾਡੇ ਨਾਲ ਬਹਰਹਾਲ ਜੋ ਇਸ ਮੁਲਕ ਨਾਲ ਕਰ ਸਕਦਾ ਸੀ ਉਹਨੇ ਕੀਤਾ, ਔਰ ਉਹ ਇਸਲਾਮ ਦੇ ਨਾਂ ਤੇ ਕੀਤਾ। ਜਦੋਂ ਫਿਰ ਉਹਦਾ ਜਹਾਜ਼ ਕ੍ਰੈਸ਼ ਹੋਇਆ ਤੇ ਫਿਰ ਉਹ ਕਹਿੰਦੇ ਨੇ ਕਿ ਉਹ ਕੁਰਾਨ ਪਾਕ ਉਹਦੀ ਜੇਬ ਵਿੱਚ ਸੀ, ਉਹ ਹੀ ਬਚਿਆ ਸੀ, ਬਾਕੀ ਹਰ ਸ਼ੈ ਤਬਾਹੀ ਹੋ ਗਈ ਸੀ। ਤੇ ਮਾਜ਼ੀ ਦੇ ਅਗਰ ਉਸ ਜਰਨੈਲ ਦੇ ਰਵੱਈਏ ਨੂੰ ਵੇਖੀਏ ਤੇ ਫਿਰ ਇਸ ਜਰਨੈਲ ਦੀਆਂ ਇਸ ਕਸਮਾਂ ਦੇ ਉੱਤੇ ਯਕੀਨ ਨਹੀਂ ਆਉਂਦਾ, ਲੇਕਿਨ ਜਦੋਂ ਗੱਲ ਕਰ ਰਿਹਾ ਹੈ ਤਾਂ ਫਿਰ ਯਕੀਨ ਕਰਨਾ ਨਹੀਂ ਚਾਹੀਦਾ, ਕਿਉਂਕਿ ਕੁਰਾਨ ਤੇ ਹੱਥ ਰੱਖ ਕੇ ਰਸੂਲullah ਦੀ ਸ਼ਫਾਅਤ ਦੀ ਕਸਮ ਖਾ ਕੇ ਮਾਂ ਦੀ ਮੋਈ ਹੋਈ ਮਾਂ ਦੀ ਕਬਰ ਦੀ ਕਸਮ ਖਾ ਕੇ ਜਦੋਂ ਇਹ ਗੱਲ ਕਰ ਰਿਹਾ ਫਿਰ ਮੰਨ ਲੈਣੀ ਚਾਹੀਦੀ। ਬਹਰਹਾਲ ਇਹ ਵਕਤ ਸਾਬਤ ਕਰੇਗਾ ਕਿ ਸਹੀ ਸੱਚੀਆਂ ਸਨ ਕਸਮਾਂ ਜਾਂ ਝੂਠੀਆਂ ਸਨ। ਹੁਣ ਤੁਸੀਂ ਵੇਖ ਲਓ ਕਿ ਜ਼ਿਆਉਲ ਹੱਕ ਜਿਹੜਾ ਹੈ ਉਹਦੀ ਕਬਰ ਇਸਲਾਮਾਬਾਦ ਕੈਪੀਟਲ ਦੇ ਵਿੱਚ ਫੈਸਲ ਮਸਜਿਦ ਦੇ ਹਾਤੇ ਦੇ ਵਿੱਚ। ਅੱਛਾ, ਮੈਂ ਵੀ ਕਾਫੀ ਦਫਾ ਇਤਫਾਕ ਹੋਇਆ ਹੈ ਫੈਸਲ ਮਸਜਿਦ ਜਾਣ ਦਾ, ਮੈਂ ਕਦੇ ਵੀ ਨਾ ਜ਼ਿਆਉਲ ਹੱਕ ਦੀ ਕਬਰ ਦੇ ਉੱਤੇ ਫਾਤਿਹਾ ਆਖਦਿਆਂ ਕਿਸੇ ਨੇ ਦੇਖਿਆ। ਬਹੁਤ ਘੱਟ ਲੋਕ, ਕੋਈ ਇੱਕ ਅੱਧਾ ਹੀ ਤੁਹਾਨੂੰ ਨਜ਼ਰ ਆਏਗਾ। ਫਰਜ਼ ਕਰੋ ਕਿ ਅਗਰ 100 ਬੰਦਾ ਡੇਲੀ ਉੱਥੇ ਜਾਂਦਾ ਹੈ ਨਾ, ਤੇ ਕੋਈ ਇੱਕ ਅੱਧਾ ਬੰਦੇ ਹੀ ਜਾ ਕੇ ਉਹਦੀ ਕਬਰ ਤੇ ਫਾਤਿਹਾ ਆਖਦਾ ਹੈ। ਤੇ ਜਿਹਨੂੰ ਉਹਨੇ ਫਾਇਲ ਆਇਆ ਸੀ ਨਾ, ਉਹਦੀ ਕਬਰ ਤੇ ਲੋਕ ਮੰਨਤਾਂ ਮੰਨਦੇ ਨੇ।
ਉਤਰ ਲੈਂਦੇ ਨੇ ਮੰਨਤਾਂ ਮੰਨ ਕੇ ਉੱਥੇ। ਇਹ ਹੁੰਦਾ ਫਿਰ ਵਕਤ ਦਾ ਫੈਸਲਾ, ਤੇ ਇਹ ਹੁਣ ਵਕਤ ਹੀ ਫੈਸਲਾ ਕਰੇਗਾ ਕਿ ਬਾਜਵਾ ਸਾਹਿਬ ਸੱਚ ਬੋਲਿਆ ਜਾਂ ਝੂਠ ਬੋਲਿਆ। ਗੱਲ ਲੰਮੀ ਹੁੰਦੀ ਪਈ ਹੈ। ਦੂਜੀ ਗੱਲ ਇਹ ਹੈ ਕਿ ਪੀਟੀਆਈ ਜਿਹੜੀ ਹੈ ਨਾ, ਉਹ ਮੈਂ ਤੁਹਾਨੂੰ ਅੱਜ ਇੱਕ ਪ੍ਰੈਡਿਕਸ਼ਨ ਕਰਨ ਲੱਗਾ ਵਾਂ, ਐਡਵਾਂਸ ਦੇ ਵਿੱਚ ਦੱਸਣ ਲੱਗਾ ਵਾਂ ਕਿ ਪੀਟੀਆਈ ਮੁੰਤਸ਼ਰ ਹੋ ਰਹੀ ਹੈ। ਔਰ ਜਿਹੜਾ ਵਜ਼ੀਰ ਆਲਾ KPK ਇਮਰਾਨ ਖਾਨ ਸਾਹਿਬ ਨੇ ਅਲੀ ਅਮੀਨ ਗੰਡਾਪੁਰ ਲਾਇਆ ਹੈ, ਜਿਹੜਾ ਸਿਲੈਕਟ ਕੀਤਾ ਸੀ, ਉਹ ਵੀ ਇਮਰਾਨ ਖਾਨ ਦਾ ਸਾਬਤ ਨਹੀਂ ਹੋਏਗਾ, ਉਹ ਵੀ ਕਿਸੇ ਹੋਰ ਦਾ ਸਾਬਤ ਹੋਏਗਾ। ਤੇ ਬਾਕੀ ਇਮਰਾਨ ਖਾਨ ਸਾਹਿਬ ਅੱਜ ਆਪਣੇ ਮੂੰਹ ਮੰਨ ਗਏ ਨੇ ਕਿ ਮੇਰੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਅੱਜ ਤੱਕ ਮੇਰੇ ਨਾਲ ਕੋਈ ਡੀਲ ਦੀ ਗੱਲ ਨਹੀਂ ਹੋਈ, ਕੋਈ NRO ਦੀ ਗੱਲ ਨਹੀਂ ਹੋਈ। ਮੈਂ ਤਾਂ ਚਾਹੁੰਦਾ ਵਾਂ ਪਰ ਮੇਰੇ ਨਾਲ ਕਿਸੇ ਕੀਤੀ ਹੀ ਨਹੀਂ। ਕਹਿੰਦੇ ਜੀ ਨਾ ਕਿ ਐਸਟੈਬਲਿਸ਼ਮੈਂਟ ਵੱਲੋਂ ਹੋਈ ਹੈ, ਨਾ ਹੀ ਗੌਰਮੈਂਟ ਵੱਲੋਂ ਹੋਈ ਹੈ। ਤੇ ਬਾਕੀ ਇਮਰਾਨ ਖਾਨ ਇਸ ਜਿਹੜੇ ਇਲੈਕਸ਼ਨ ਹੋਏ ਨੇ ਹੁਣ, ਬਲਦਿਆ ਆਪਣਾ ਜਿਹੜੇ 21 ਸੀਟਾਂ ਤੇ ਇਲੈਕਸ਼ਨ ਹੋਏ ਨੇ ਜ਼ਿਮਨੀ ਇੰਤਖਾਬਾਤ, ਉਹਦੇ ਵਿੱਚ ਇਮਰਾਨ ਖਾਨ ਨੇ ਆਪਣੀ ਪॉपुलैरिटी ਵੀ ਚੈੱਕ ਕਰ ਲਈ ਹੈ। ਖਾਨ ਸਾਹਿਬ ਨੂੰ ਵੀ ਸਮਝ ਆ ਗਈ ਕਿ ਚੀਜ਼ਾਂ ਖਰਾਬ ਹੋ ਗਈਆਂ। ਔਰ ਮਜ਼ੇ ਦੀ ਗੱਲ ਹੈ ਕਿ ਅੱਜ ਆਰਮੀ ਚੀਫ ਸਾਹਿਬ ਦਾ ਨਾਮ ਹੀ ਨਹੀਂ ਲਿਆ ਖਾਨ ਨੇ ਆਪਣੇ ਉਹ ਸਾਥੀਆਂ ਨਾਲ ਜਿਹੜੀ ਗੁਫ਼ਤਗੂ ਕੀਤੀ ਹੈ ਨਾ ਜੇਲ੍ਹ ਦੇ ਵਿੱਚ, ਜਿਹੜੀ ਅੱਜ ਕੇਸ ਲੱਗਾ ਹੈ ਸੀ ਉਹਦੇ ਤੋਂ ਬਾਅਦ, ਤੇ ਖਾਨ ਸਾਹਿਬ ਨੂੰ ਵੀ ਪਤਾ ਲੱਗ ਗਿਆ ਕਿ ਚੀਜ਼ਾਂ ਜਿਹੜੀਆਂ ਨਾ ਉਹ ਹੋਰ ਤਰ੍ਹਾਂ ਹੋ ਗਈਆਂ। ਔਰ ਫਿਰ ਮੁਲਕ ਜਿਹੜਾ ਹੈ ਉਹ ਅੱਗੇ ਜਾਂਦਾ ਵੀ ਨਜ਼ਰ ਆ ਰਿਹਾ। ਤੁਸੀਂ ਵੇਖੋ ਸਾਊਦੀਆ ਦਾ ਸ਼ਹਿਜ਼ਾਦਾ ਆਇਆ, ਉਸ ਤੋਂ ਬਾਅਦ ਈਰਾਨ ਦਾ ਸਦਰ ਆਇਆ, ਇਸ ਤਰ੍ਹਾਂ ਲੋਕਾਂ ਦਾ ਆਣਾ ਜਾਣਾ ਸ਼ੁਰੂ ਹੋਇਆ ਔਰ ਇੱਥੇ ਕੰਮ ਸ਼ਾਮ, ਔਰ ਲੋਕ ਸਮਝਣ ਲੱਗ ਪਏ ਨੇ ਕਿ ਹਕੂਮਤ ਚਲੇਗੀ। ਔਰ ਮੈਨੂੰ ਵੀ ਇਹੀ ਲੱਗਦਾ ਹੈ ਕਿ ਹਕੂਮਤ 5 ਸਾਲ ਆਪਣੇ ਪੂਰੇ ਕਰੇਗੀ। ਔਰ ਮੈਨੂੰ ਲੱਗਦਾ ਹੈ ਕਿ ਇਸ ਦਫਾ ਹੋ ਸਕਦਾ ਹੈ ਵਜ਼ੀਰ ਆਜ਼ਮ ਦੀ ਚੇਂਜ ਨਾ ਹੋਵੇ, ਇਸੇ ਵਜ਼ੀਰ ਆਜ਼ਮ ਨਾਲ ਹੀ 5 ਸਾਲ ਪੂਰੇ ਕੀਤੇ ਜਾਣ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ ਤੇ ਦੁਆ ਕੀਤਾ ਕਰੋ ਕਿ ਸਾਡਾ ਮੁਲਕ ਤਰੱਕੀ करे और इत्थे नफरत खत्म होवे और इत्थे मुहब्बत और प्यार जिहड़ा है वो वधे लोकां दे विच और एक दूजे का एहसास होवे। ते बाकी अगर मेरी गल कोई चंगी लगे तो इस गल नूं लाइक भी कर दिता करो, ते इस चैनल नूं सबसक्राइब भी कर लो, ते लाइक भी करया करो, ते फिर शेयर भी करया